ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ ਹਾਜ਼ਰ ਹਾਂ ਸਾਡੀ 9ਵੀਂ ਕਲਾਸ ਦੀ ਜੋ ਬੁੱਕ ਹੈ ਵੰਨਗੀ, ਉਸ ਦਾ ਪਾਠ ਪਹਿਲਾ ਜਨਮ ਦਿਨ, ਜੋ ਕਿ ਸਵਿੰਦਰ ਸਿੰਘ ਉੱਪਲ ਦੁਆਰਾ ਲਿਖਿਆ ਹੋਇਆ ਹੈ। ਇਸ ਦਾ ਪਹਿਲਾ ਪਾਠ ਅਸੀਂ ਕਰ ਚੁੱਕੇ ਹਾਂ, ਅੱਜ ਸੈਕਿੰਡ ਪਾਰਟ ਹੈ। ਪਹਿਲੇ ਪਾਠ ਵਿੱਚ ਅਸੀਂ ਕੀਤਾ ਸੀ ਕਿ ਜੋ ਜੁਗਲ ਕਿਸ਼ੋਰ ਨਾਂ ਦਾ ਇੱਕ ਵਿਅਕਤੀ ਹੈ ਜੋ ਆਪਣੇ ਬੱਚੇ ਨੂੰ ਇੰਗਲਿਸ਼ ਮੀਡੀਅਮ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਹੈ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰਕੇ, ਯਤਨ ਕਰਕੇ ਆਪਣੇ ਬੇਟੇ ਨੂੰ ਇੰਗਲਿਸ਼ ਮੀਡੀਅਮ ਸਕੂਲ ਵਿੱਚ ਦਾਖਲ ਕਰਵਾ ਵੀ ਦਿੰਦਾ ਹੈ ਅਤੇ ਉਸ ਤੋਂ ਬਾਅਦ ਉਸਨੂੰ ਪਤਾ ਚੱਲਦਾ ਹੈ ਇੱਕ ਦਿਨ ਕਿ ਉਸਦੇ ਜੋ ਬੇਟਾ ਹੈ ਉਹ ਮੰਤਰੀ ਸਾਹਿਬ ਦੇ ਗਲੇ ਵਿੱਚ ਹਾਰ ਪਾਏਗਾ ਉਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ, ਵੀ ਉਸਦਾ ਨਾਂ ਚੁਣਿਆ ਗਿਆ ਹੈ ਜੋਤੀ ਦਾ। ਅਤੇ ਜਦੋਂ ਉਹ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਹ ਉਸਨੂੰ ਉੱਥੋਂ ਤੱਕ ਪਹੁੰਚਾ ਸਕੇ, ਉਸਨੇ ਕਿਹਾ ਕਿ ਉਹ ਯਤਨ ਕਰੇਗਾ, ਪੂਰੇ ਯਤਨ ਕਰੇਗਾ ਅਤੇ ਉਸਨੂੰ ਜੋਤੀ ਨੂੰ ਰਵੀਵਾਰ ਵਾਲੇ ਦਿਨ, ਐਤਵਾਰ ਵਾਲੇ ਦਿਨ ਮੰਤਰੀ ਜੀ ਨੂੰ ਹਾਰ ਪਾਉਣ ਲਈ ਭੇਜੇਗਾ ਜ਼ਰੂਰ। ਹੁਣ ਅੱਗੇ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਯਤਨ ਕਰਦੇ ਹਨ, ਕਿਸ ਤਰ੍ਹਾਂ ਪੈਸੇ ਇਕੱਠੇ ਕਰਦੇ ਹਨ ਆਪਣੇ ਬੇਟੇ ਨੂੰ ਉੱਥੋਂ ਤੱਕ ਪਹੁੰਚਾਉਣ ਲਈ। ਮੈਂ ਵੇਖਦੀ ਹਾਂ, ਜੋ ਉਸਦੀ ਪਤਨੀ ਹੈ ਦੇਵਕੀ, ਉਹ ਕਹਿੰਦੀ ਹੈ, ਮੈਂ ਵੇਖਦੀ ਹਾਂ ਗੁੱਡੀ ਦੀ ਬੁਗਨੀ ਵਿੱਚ ਕਿੰਨੇ ਪੈਸੇ ਨੇ। ਉਹ ਰੋਵੇਗੀ ਤਾਂ ਸਹੀ, ਪਰ ਉਸਨੂੰ ਪਰਚਾ ਲਵਾਂਗੀ। ਅਤੇ ਉਹ ਬੁਗਨੀ ਲੈਣ ਚਲੀ ਜਾਂਦੀ ਹੈ। ਬੁਗਨੀ ਹੁੰਦਾ ਬੇਟਾ ਜੋ ਗੁੱਲਕ ਹੁੰਦਾ ਹੈ ਬੱਚੇ ਦਾ, ਮਿੱਟੀ ਦਾ ਗੁੱਲਕ, ਜਿਸ ਵਿੱਚ ਬੱਚਾ ਪੈਸੇ ਜਮ੍ਹਾਂ ਕਰਦਾ ਹੈ। ਅਤੇ ਉਸਦੀ ਪਤਨੀ ਦੇਵਕੀ ਜੋ ਹੈ ਉਹ ਕਹਿੰਦੀ ਹੈ ਕਿ ਮੈਂ ਦੇਖਦੀ ਹਾਂ ਗੁੱਡੀ ਦੀ ਬੁਗਨੀ ਵਿੱਚ ਕਿੰਨੇ ਪੈਸੇ ਨੇ, ਉਹ ਰੋਏਗੀ ਤਾਂ ਜ਼ਰੂਰ, ਪਰ ਮੈਂ ਉਸਨੂੰ ਪਰਚਾ ਲਵਾਂਗੀ। ਦੇਵਕੀ ਦੇ ਜਾਣ 'ਤੇ ਜੁਗਲ ਪ੍ਰਸਾਦ ਨੇ ਸੋਚਿਆ, ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸੇ ਹੋਣ ਲੱਗ ਜਾਂਦਾ ਹਾਂ, ਵੀ ਮੈਂ ਦੇਵਕੀ ਉੱਪਰ ਗੁੱਸੇ ਹੋਣ ਲੱਗ ਜਾਂਦਾ। ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾ ਹੀ ਗੁੱਸਾ ਚੜ੍ਹਾ ਦਿੰਦੀ ਹੈ। ਜੋ ਪੈਸੇ ਦੀ ਘਾਟ ਹੁੰਦੀ ਹੈ ਇਨਸਾਨ ਨੂੰ ਗੁੱਸਾ ਚੜ੍ਹਾ ਹੀ ਦਿੰਦੀ ਹੈ। ਇਹ ਵੀ ਕੀ ਜ਼ਿੰਦਗੀ ਹੋਈ, ਪੈਸੇ ਪੈਸੇ ਲਈ ਜਬਕਦੇ ਫਿਰਨਾ, ਤਰਸਦੇ ਫਿਰਨਾ। ਕਿ ਸਾਡੇ ਗਰੀਬਾਂ ਦਾ ਇਤਨਾ ਵੀ ਹੱਕ ਨਹੀਂ। ਉਹ ਸੋਚਦਾ ਹੈ ਕਿ ਸਾਡੇ ਗਰੀਬਾਂ ਦਾ ਇੰਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੋਣਹਾਰ ਲੜਕੇ ਦੀ ਇੱਕ ਨਿੱਕੀ ਜਿਹੀ ਖੁਸ਼ੀ ਨੂੰ ਖਰੀਦ ਸਕੀਏ, ਆਪਣੇ ਇੱਕ ਲਾਇਕ ਬੱਚੇ ਦੀ ਨਿੱਕੀ ਜਿਹੀ ਖੁਸ਼ੀ ਨੂੰ ਖਰੀਦ ਸਕੀਏ। ਇਹ ਅਮੀਰ ਹਜ਼ਾਰਾਂ ਰੁਪਏ ਐਵੇਂ ਹੀ ਆਯਾਸ਼ੀ ਵਿੱਚ ਰੋੜਦੇ ਫਿਰਦੇ ਨੇ। ਜੋ ਅਮੀਰ ਲੋਕ ਨੇ ਉਹ ਆਪਣੀ ਫਿਜ਼ੂਲ ਖਰਚੀ ਵਿੱਚ ਹਜ਼ਾਰਾਂ ਰੁਪਏ ਐਵੇਂ ਹੀ ਬਰਬਾਦ ਕਰ ਦਿੰਦੇ ਹਨ। ਅਸੀਂ ਗਰੀਬ ਉਤਨਾ ਚਿਰ ਨਹੀਂ ਉੱਠ ਸਕਾਂਗੇ। ਉਹ ਕਹਿੰਦਾ ਹੈ ਕਿ ਅਸੀਂ ਗਰੀਬ ਹਾਂ ਜੋ ਓਨਾ ਚਿਰ ਨਹੀਂ ਉੱਠ ਸਕਾਂਗੇ ਜਿੰਨਾ ਚਿਰ ਅਸੀਂ ਆਪ ਯਤਨ ਨਹੀਂ ਕਰਦੇ। ਅਮੀਰ ਨੇ ਤਾਂ ਸਾਨੂੰ ਉਠਾਲਣਾ ਹੈ ਅਤੇ ਨਾ ਹੀ ਕਦੇ ਉੱਠਣ ਦੇਣਾ ਹੈ। ਜੋ ਅਮੀਰ ਹੈ ਉਹ ਤਾਂ ਨਾ ਸਾਨੂੰ ਉਠਾਏਗਾ ਕਦੇ ਅਤੇ ਨਾ ਹੀ ਉੱਠਣ ਦੇਵੇਗਾ। ਫਿਰ ਉਸਦਾ ਧਿਆਨ ਦੇਵਕੀ ਵੱਲ ਗਿਆ, ਜਿਹੜੀ ਵਿਚਾਰੀ ਜਦੋਂ ਦੀ ਵਿਆਹੀ ਗਈ ਸੀ ਤੰਗੀ ਤੁਰਸ਼ੀ ਦੇ ਪੁੜਾਂ ਵਿੱਚ ਹੀ ਪਿਸ ਰਹੀ ਸੀ। ਫਿਰ ਉਸਦਾ ਧਿਆਨ ਆਪਣੀ ਪਤਨੀ ਦੇਵਕੀ ਵੱਲ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਵਿਚਾਰੀ ਦਾ ਜਦੋਂ ਦਾ ਵਿਆਹ ਹੋਇਆ ਹੈ, ਵੀ ਉਹ ਵਿਆਹ ਕੇ ਸਾਡੇ ਘਰ ਆਈ ਹੈ, ਉਦੋਂ ਦੀ ਤੰਗੀ ਤੁਰਸ਼ੀ ਹਮੇਸ਼ਾ ਹੀ ਗਰੀਬੀ ਜਾਂ ਮੰਦਹਾਲੀ ਵਿੱਚ ਰਹੀ ਹੈ। ਦੇ ਪੁੜਾਂ ਵਿੱਚ, ਤੰਗੀ ਤੁਰਸ਼ੀ ਦੇ ਪੁੜਾਂ ਵਿੱਚ ਜੋ ਚੱਕੀ ਦੇ ਦੋ ਪਾਰਟ ਹੁੰਦੇ ਹਨ ਬੇਟਾ, ਜਿਸ ਵਿੱਚ ਅਨਾਜ ਪੀਸਦੇ ਹਨ, ਉਹਨਾਂ ਨੂੰ ਕਹਿੰਦੇ ਹਨ ਪੁੜ, ਵੀ ਉਹ ਤੰਗੀ ਤੁਰਸ਼ੀ ਦੇ ਪੁੜਾਂ ਵਿੱਚ ਹੀ ਪਿਸ ਰਹੀ ਹੈ। ਹੁਣ ਉਸਦੇ ਮਨ ਵਿੱਚ ਦੇਵਕੀ ਲਈ ਵਧੇਰੇ ਤਰਸ ਸੀ। ਵਿਚਾਰੀ ਕੀ ਕਰੇ, ਬੜੀ ਮੁਸ਼ਕਿਲ ਨਾਲ 150 ਰੁਪਏ ਵਿੱਚ 5 ਬੱਚਿਆਂ ਨੂੰ ਪਾਲਦੀ ਹੈ। ਕਿ 150 ਰੁਪਏ ਵਿੱਚ ਹੀ ਉਹ ਬੜੀ ਮੁਸ਼ਕਿਲ ਨਾਲ 5 ਬੱਚਿਆਂ ਨੂੰ ਪਾਲ ਰਹੀ ਹੈ। ਮੈਂ ਕਿਹਾ ਜੀ, ਦੇਵਕੀ ਆਂਦੀ ਹੈ, ਗੁੱਡੀ ਦੀ ਬੁਗਨੀ 'ਚ 7.5 ਆਨੇ ਨਿਕਲੇ ਨੇ ਅਤੇ ਜੋਤੀ ਦੀ ਬੁਗਨੀ 'ਚੋਂ 12 ਆਨੇ। ਦੇਵਕੀ ਫਿਰ ਦੱਸਦੀ ਹੈ ਕਿ ਗੁੱਡੀ ਦੀ ਬੁਗਨੀ ਵਿੱਚੋਂ 7.5 ਆਨੇ ਨਿਕਲੇ ਹਨ ਅਤੇ ਜੋਤੀ ਦੀ ਬੁਗਨੀ ਵਿੱਚੋਂ 12 ਆਨੇ। ਉਸ ਤੋਂ ਬਾਅਦ ਜੁਗਲ ਪ੍ਰਸਾਦ ਨੇ ਵੇਖਿਆ ਕਿ ਉਹ ਵਿਚਾਰੀ ਯਤਨ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਮੇਰਾ ਲਾਲ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ। ਕਿ ਜੁਗਲ ਪ੍ਰਸਾਦ ਨੇ ਵੇਖਿਆ ਕਿ ਜੋ ਦੇਵਕੀ ਹੈ ਉਹ ਬਹੁਤ ਯਤਨ ਕਰ ਰਹੀ ਸੀ ਕਿ ਉਸਦਾ ਜੋ ਬੇਟਾ ਹੈ ਉਹ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਸਕੂਲ ਜਾ ਸਕੇ। ਉਸਨੇ ਸੋਚਿਆ, ਸਕੂਲ ਵਾਲਿਆਂ ਨੇ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਣ ਦਿੱਤਾ ਹੈ, ਉਹਨਾਂ ਨੇ ਤਾਂ ਕਹਿ ਦਿੱਤਾ ਹੈ, ਪਰ ਉਹ ਕੀ ਜਾਣਨ ਕਿ ਇਹ ਮਾਣ ਸਾਡੇ ਲਈ ਜ਼ਹਿਮਤ ਬਣ ਗਿਆ ਹੈ, ਸਾਡੇ ਲਈ ਮੁਸੀਬਤ ਬਣ ਗਿਆ ਹੈ। ਅੱਛਾ, ਪਰਵਾਹ ਨਹੀਂ, ਭਾਵੇਂ ਕੁਝ ਵੀ ਹੋ ਜਾਏ। ਫਿਰ ਉਹ ਕਹਿੰਦਾ ਹੈ ਕਿ ਮੈਨੂੰ ਪਰਵਾਹ ਨਹੀਂ, ਭਾਵੇਂ ਕੁਝ ਵੀ ਹੋ ਜਾਏ। ਮੈਂ ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ। ਕਿ ਮੇਰੇ ਬੱਚੇ ਨੂੰ ਮੈਂ ਇਹ ਸਾਰੀਆਂ ਚੀਜ਼ਾਂ ਲਿਆ ਕੇ ਹੀ ਦੇਵਾਂਗਾ, ਮੇਰੇ ਬੱਚੇ ਨੂੰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਹਨ। ਅੱਜ ਵੀਰਵਾਰ ਹੈ, ਵਿੱਚੋਂ ਦਿਨ ਹੋਏ ਸ਼ੁੱਕਰ ਅਤੇ ਸ਼ਨੀਚਰ, ਵੀ ਅੱਜ ਵੀਰਵਾਰ ਹੋ ਗਿਆ ਅਤੇ ਦਿਨ ਰਹਿ ਗਏ ਸ਼ੁੱਕਰ ਅਤੇ ਸ਼ਨੀਚਰ, ਫਰਾਈਡੇ ਐਂਡ ਸੈਟਰਡੇ। ਕੋਈ ਗੱਲ ਨਹੀਂ, ਇਹ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ।
ਉਹ ਇਹ ਸੋਚ ਕੇ ਕਿ ਮੈਂ ਪੂਰਾ ਇੰਤਜ਼ਾਮ ਕਰਾਂਗਾ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ, ਕਿਸੇ ਤੋਂ ਕੁਝ ਪੈਸੇ ਫੜਨ ਲਈ, ਕਿਸੇ ਤੋਂ ਕੁਝ ਪੈਸੇ ਲੈਣ ਲਈ, ਬਿਨਾਂ ਇਸ ਗੱਲ ਨੂੰ ਅਨੁਭਵ ਕੀਤਿਆਂ ਕਿ ਮੈਂ ਹੁਣੇ ਹੀ ਦਫ਼ਤਰੋਂ ਥੱਕਾ ਟੁੱਟਾ ਆਇਆ ਹਾਂ। ਉਸਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਉਹ ਦਫ਼ਤਰ ਤੋਂ ਥੱਕ ਕੇ ਆਇਆ ਸੀ। ਘੰਟੇ ਪਿੱਛੋਂ ਜਦੋਂ ਉਹ ਮੁੜਿਆ ਤਾਂ ਉਹਦੀ ਜੇਬ ਵਿੱਚ ਰੁਪਏ ਦੇ 3 ਨੋਟ ਸਨ। ਜਦੋਂ ਉਹ ਘੰਟੇ ਬਾਅਦ ਘਰ ਵਾਪਸ ਆਇਆ ਤਾਂ ਉਸਦੀ ਜੇਬ ਵਿੱਚ 3 ਰੁਪਏ ਸਨ। ਸਮਝੋ ਰੁਪਏ ਦੇ 3 ਨੋਟ। ਉਸ ਨੂੰ ਇਹਨਾਂ 3 ਰੁਪਇਆਂ ਦਾ ਉਧਾਰ ਲੈਣ ਲਈ ਕਿੰਨਿਆਂ ਅੱਗੇ ਲਿਲਕੜੀਆਂ ਲੈਣੀਆਂ ਪਈਆਂ ਸਨ। ਉਸ ਨੂੰ ਇਹ 3 ਰੁਪਏ ਉਧਾਰ ਲੈਣ ਲਈ ਕਈਆਂ ਅੱਗੇ ਮਿੰਨਤਾਂ ਕਰਨੀਆਂ ਪਈਆਂ। ਤਦ ਜਾ ਕੇ ਉਹ ਇੱਕ ਮਿੱਤਰ ਕੋਲੋਂ 3 ਰੁਪਏ ਫੜ ਸਕਿਆ। ਕਿਸੇ ਦੀਆਂ ਮਿੰਨਤਾਂ ਕਰਕੇ ਫਿਰ ਉਸਨੂੰ 3 ਰੁਪਏ ਮਿਲੇ। ਘਰ ਵਿੱਚ ਆ ਕੇ ਬਜਟ ਆ ਪਈ। ਨਵੀਂ ਤੇੜ ਉੱਤੇ ਵਿਚਾਰ ਕੀਤੀ। ਘਰ ਵਿੱਚ ਆਇਆ ਤਾਂ ਬਜਟ ਵਿੱਚ ਆ ਪਈ ਕਿ ਨਵੀਂ ਤੇੜ ਜੋ ਦੀਵਾਰ ਹੈ ਉਸ ਵਿੱਚ ਤਰੇੜ ਪਈ ਹੋਈ ਹੈ, ਲੇਕਿਨ ਉਸਨੇ ਪਰਵਾਹ ਨਹੀਂ ਕੀਤੀ। ਇੱਕ ਫਟੀ ਸਫੈਦ ਚਾਦਰ ਵਿੱਚੋਂ ਗੁਆਂਢਣ ਦੀ ਮਸ਼ੀਨ 'ਤੇ ਮੈਂ ਇਸਦੀ ਕਮੀਜ਼ ਤਾਂ ਤਿਆਰ ਕਰ ਲਵਾਂਗੀ। ਜੋ ਦੇਵਕੀ ਹੈ ਉਸਨੇ ਕਿਹਾ ਕਿ ਇੱਕ ਫਟੀ ਸਫੇਦ ਚਾਦਰ ਹੈ, ਸਫੇਦ ਵਾਈਟ ਚਾਦਰ ਹੈ, ਜਿਸ ਵਿੱਚੋਂ ਗੁਆਂਢਣ ਦੀ ਮਸ਼ੀਨ 'ਤੇ ਮੈਂ ਇਸਦੀ ਕਮੀਜ਼ ਤਿਆਰ ਕਰ ਲਵਾਂਗੀ। ਹਾਂ, ਚਿੱਟੀ ਨਿੱਕਰ ਦਾ ਕੱਪੜਾ ਵੀ ਬਾਜ਼ਾਰੋਂ ਲੈਣਾ ਹੀ ਪੈਣਾ ਹੈ। ਵੀ ਇਸਦੀ ਚਿੱਟੀ ਨਿੱਕਰ ਵਾਸਤੇ ਕੱਪੜਾ ਬਾਜ਼ਾਰੋਂ ਲੈਣਾ ਪੈਣਾ ਹੈ ਅਤੇ ਦਰਜੀ ਕੋਲੋਂ ਸਵਾਣੀ ਪਏਗੀ। ਮੈਨੂੰ ਨਿੱਕਰ ਸਿਉਣ ਦੀ ਜਾਂਚ ਨਹੀਂ। ਉਹ ਕਹਿੰਦੀ ਹੈ ਕਿ ਮੈਨੂੰ ਨਿੱਕਰ ਨਹੀਂ ਸਿਉਣੀ ਆਉਂਦੀ, ਮੈਨੂੰ ਨਿੱਕਰ ਸਿਉਣੀ ਨਹੀਂ ਆਉਂਦੀ। ਦੇਵਕੀ ਨੇ ਪਤੀ ਨੂੰ ਇਹਨਾਂ ਪੈਸਿਆਂ ਨਾਲ ਹੀ ਕੰਮ ਸਾਰਨ ਦੀ ਤਰਕੀਬ ਦੱਸਦਿਆਂ ਕਿਹਾ। ਉਸਨੇ ਕਿਹਾ ਕਿ ਆਪਾਂ ਇਸ ਵਿੱਚ ਹੀ ਕੰਮ ਸਾਰ ਲਿਆਂਗੇ। ਉਸ ਤੋਂ ਬਾਅਦ ਦੇਵਕੀ ਤੋਂ ਬੁਗਨੀ ਵਿੱਚੋਂ ਨਿਕਲਿਆ ਭੰਨ ਤੋੜ ਲੈ ਕੇ ਜਦੋਂ ਉਹ ਘਰੋਂ ਤੁਰਨ ਲੱਗਾ, ਜੋ ਗੁਲਕਾਂ ਵਿੱਚੋਂ ਪੈਸੇ ਨਿਕਲੇ ਸਨ ਭੰਨ ਤੋੜ, ਜੋ ਖਰੀਜ ਕਹਿ ਸਕਦੇ ਹਾਂ ਆਪਾਂ, ਜਾਂ ਫਿਰ ਚੇਂਜ ਕਹਿ ਸਕਦੇ ਹਾਂ, ਜੋ ਪੈਸੇ ਉਸਨੂੰ ਮਿਲੇ ਸਨ ਉਸ ਨੂੰ ਲੈ ਕੇ ਉਹ ਤੁਰਨ ਲੱਗਾ ਤਾਂ ਉਸਨੇ ਵੇਖਿਆ ਕਿ ਜੋਤੀ ਘਰ ਨਹੀਂ ਸੀ। ਸਾਰੇ ਪਾਸੇ ਭਾਲਿਆ, ਸਾਰੇ ਪਾਸੇ ਲੱਭਿਆ, ਪਰ ਕਿਧਰੇ ਨਜ਼ਰ ਨਾ ਆਇਆ। ਭਾਵੇਂ ਉਸ ਸਮੇਂ ਥੋੜਾ ਹਨੇਰਾ ਹੋ ਗਿਆ ਸੀ, ਪਰ ਜੁਗਲ ਪ੍ਰਸਾਦ ਨਹੀਂ ਸੀ ਚਾਹੁੰਦਾ ਕਿ ਇਸ ਕੰਮ ਵਿੱਚ ਹੋਰ ਦੇਰ ਹੋਵੇ। ਉਹ ਆਪ ਹੀ ਜੋਤੀ ਨੂੰ ਲੱਭਣ ਚਲਾ ਗਿਆ। ਉਸਨੇ ਵੇਖਿਆ ਕਿ ਬਾਹਰ ਗਲੀ ਵਿੱਚ ਜੋਤੀ ਮੁੰਡਿਆਂ ਨਾਲ ਖੇਡ ਰਿਹਾ ਸੀ। ਉਸਨੇ ਦੇਖਿਆ ਜੋਤੀ ਜੋ ਸੀ ਉਹ ਬਾਹਰ ਗਲੀ ਵਿੱਚ ਬੱਚਿਆਂ ਨਾਲ ਖੇਲ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਨਿਸ਼ਚਿੰਤ ਵੇਖ ਕੇ ਉਸਨੇ ਸੋਚਿਆ, ਜੋ ਜੁਗਲ ਪ੍ਰਸਾਦ ਸੀ ਉਸਨੇ ਜੋਤੀ ਨੂੰ ਇਸ ਤਰ੍ਹਾਂ ਬੱਚਿਆਂ ਨਾਲ ਖੇਲਦੇ ਦੇਖਿਆ, ਨਿਸ਼ਚਿੰਤ ਹੋਏ ਦੇਖਿਆ, ਤਾਂ ਉਸਨੇ ਸੋਚਿਆ ਕਿ ਸੱਚ ਹੀ ਕਹਿੰਦੇ ਹਨ ਕਿ ਬਚਪਨ ਬਾਦਸ਼ਾਹੀ ਹੁੰਦੀ ਹੈ। ਜੋ ਬਚਪਨ ਹੁੰਦਾ ਹੈ ਉਹ ਬਾਦਸ਼ਾਹੀ ਹੁੰਦੀ ਹੈ। ਇਸ ਨੂੰ ਕੋਈ ਫਿਕਰ ਨਹੀਂ ਆਪਣੇ ਕੱਪੜੇ ਦਾ ਬੰਦੋਬਸਤ ਕਰਨ ਦਾ। ਮਾਪੇ ਆਪੇ ਪਏ ਫਿਕਰ ਕਰਨ ਕਿ ਆਪਣੇ ਆਪ ਹੀ ਮਾਂ-ਬਾਪ ਫਿਕਰ ਕਰਨ। ਕੋਈ 2 ਘੰਟਿਆਂ ਪਿੱਛੋਂ ਜਦੋਂ ਜੁਗਲ ਪ੍ਰਸਾਦ ਅਤੇ ਜੋਤੀ ਘਰ ਨੂੰ ਮੁੜ ਰਹੇ ਸਨ ਤਾਂ ਦੋਹਾਂ ਦੇ ਚਿਹਰੇ ਖਿੜੇ ਹੋਏ ਸਨ। ਜਦੋਂ ਉਹ ਵਾਪਸ ਆ ਰਹੇ ਸੀ ਦੋਹਾਂ ਦੇ ਚਿਹਰੇ ਖਿੜੇ ਹੋਏ ਸੀ। ਜੋਤੀ ਤਾਂ ਇਸ ਲਈ ਖੁਸ਼ ਸੀ ਕਿ ਅੱਜ ਉਸਨੂੰ ਨਵੀਂ ਬੂਟ, ਜੁਰਾਬਾਂ ਅਤੇ ਨਿੱਕਰ ਦਾ ਕੱਪੜਾ ਆਦਿ ਚੀਜ਼ਾਂ ਖਰੀਦੀਆਂ ਗਈਆਂ ਸਨ, ਅਤੇ ਜੁਗਲ ਪ੍ਰਸਾਦ ਇਸ ਔਂਕੜ ਨੂੰ ਹੱਲ ਕਰਨ ਪਿੱਛੋਂ ਇਸ ਕਰਕੇ ਖੁਸ਼ ਸੀ ਕਿ ਉਹ ਆਪਣੇ ਹੋਣਹਾਰ ਬੱਚੇ ਨੂੰ ਮੰਤਰੀ ਜੀ ਦੇ ਜਨਮਦਿਨ ਦੇ ਸਮਾਗਮ 'ਤੇ ਹਰ ਹਾਲਤ ਘੱਲ ਸਕੇਗਾ। ਜੁਗਲ ਪ੍ਰਸਾਦ ਇਸ ਲਈ ਖੁਸ਼ ਸੀ ਕਿ ਉਸਨੇ ਇਸ ਔਂਕੜ ਨੂੰ, ਇਸ ਮੁਸੀਬਤ ਨੂੰ ਹੱਲ ਕਰ ਲਿਆ ਹੈ ਅਤੇ ਆਪਣੇ ਬੱਚੇ ਨੂੰ ਹਰ ਹਾਲਤ ਉਹ ਮੰਤਰੀ ਜੀ ਦੇ ਜਨਮਦਿਨ ਦੇ ਸਮਾਗਮ 'ਤੇ ਭੇਜ ਸਕੇਗਾ। ਉਹ ਦਰਜੀ ਨੂੰ ਸ਼ਨਿਚਰਵਾਰ ਦੀ ਨਿੱਕਰ ਦੇਣ ਦੀ ਪੱਕੀ ਤਾਕੀਦ ਕਰਾਇਆ। ਉਹ ਪੱਕਾ ਵਾਅਦਾ ਕਰਾਇਆ ਕਿ ਦੇਣਾ ਹੀ, ਤੁਸੀਂ ਮੈਨੂੰ ਇਹ ਨਿੱਕਰ ਸ਼ਨਿਚਰਵਾਰ ਨੂੰ ਦੇਣੀ ਹੀ ਹੈ। ਉਹ ਰਸਤੇ ਵਿੱਚ ਸੋਚਦਾ ਆਇਆ ਕਿ ਸੱਚ ਕਹਿੰਦੇ ਨੇ, ਇੱਕੋ ਹੋਣਹਾਰ ਬੱਚਾ ਹੀ ਘਰ ਦਾ ਨਾਂ ਚਮਕਾ ਦਿੰਦਾ ਹੈ। ਉਹ ਸੋਚਦਾ ਆਇਆ ਕਿ ਸੱਚ ਹੀ ਕਹਿੰਦੇ ਨੇ, ਇੱਕੋ ਹੀ ਹੋਣਹਾਰ ਬੱਚਾ ਘਰ ਦਾ ਨਾਂ ਚਮਕਾ ਦਿੰਦਾ ਹੈ। ਐਤਵਾਰ ਵਾਲੇ ਦਿਨ ਜਿੱਥੇ ਹੋਰ 94 ਸਕੂਲਾਂ ਦੇ ਬੱਚੇ ਸਟੇਜ ਉੱਤੇ ਜਾ ਕੇ ਹਾਰ ਪਾਉਣਗੇ, ਵੀ ਐਤਵਾਰ ਨੂੰ ਜਿੱਥੇ ਹੋਰ ਚੁਣੇ ਹੋਏ ਸਕੂਲਾਂ ਦੇ ਬੱਚੇ ਹਾਰ ਪਾਉਣਗੇ, ਉੱਥੇ ਮੇਰਾ ਜੋਤੀ ਵੀ ਹੋਏਗਾ। ਉਹਨਾਂ ਵਿੱਚ ਮੇਰਾ ਜੋਤੀ ਵੀ ਹੋਵੇਗਾ। ਇਸ ਦਾ ਨਾਂ ਬੋਲਿਆ ਜਾਵੇਗਾ ਜੋਤੀ ਪ੍ਰਸਾਦ ਸਪੁੱਤਰ ਲਾਲਾ ਜੁਗਲ ਪ੍ਰਸਾਦ। ਤਾਂ ਉੱਥੇ ਬੈਠੇ ਹੋਰ ਪਤਵੰਤਿਆਂ ਤੇ ਮੰਤਰੀਆਂ ਨੂੰ ਪਤਾ ਲੱਗੇਗਾ, ਵੀ ਉੱਥੇ ਬੈਠੇ ਜੋ ਮਹਿਮਾਨ ਆਏ ਹੋਣਗੇ ਜਾਂ ਮੰਤਰੀ ਆਏ ਹੋਣਗੇ, ਉਹਨਾਂ ਨੂੰ ਸਭ ਨੂੰ ਪਤਾ ਚੱਲੇਗਾ ਕਿ ਇਹ ਜੋ ਮੁੰਡਾ ਹੈ ਉਹ ਲਾਲਾ ਜੁਗਲ ਪ੍ਰਸਾਦ ਦਾ ਹੈ। ਫਿਲਮ ਲਈ ਜਾਏਗੀ, ਇਸਦੀ ਫਿਲਮ ਲਈ ਜਾਏਗੀ, ਵੀਡੀਓ ਬਣਾਈ ਜਾਏਗੀ, ਅਖਬਾਰ ਵਿੱਚ ਇਸਦਾ ਨਾਂ ਵੀ ਆਏਗਾ। ਹੋ ਸਕਦਾ ਹੈ ਅਖਬਾਰ ਵਿੱਚ ਇਸਦਾ ਨਾਂ ਆਵੇਗਾ ਤੇ ਹੋ ਸਕਦਾ ਹੈ ਕਿ ਇਸਦੀ ਤਸਵੀਰ ਵੀ ਆਵੇ। ਇਹ ਸੋਚ ਕੇ ਉਸ ਦੀਆਂ
ਬਾਛਾਂ ਖਿਲ ਗਈਆਂ। ਉਹ ਬਹੁਤ ਖੁਸ਼ ਹੋ ਗਿਆ, ਬਾਛਾਂ ਖਿਲਣੀਆਂ ਬਹੁਤ ਖੁਸ਼ ਹੋਣਾ। ਅਤੇ ਉਹ ਆਪਣੇ ਆਪ ਨੂੰ ਦਿਲ ਹੀ ਦਿਲ ਵਿੱਚ ਇਸ ਗੱਲੋਂ ਸ਼ਾਬਾਸ਼ ਦੇਣ ਲੱਗਾ ਕਿ ਕੰਮ ਅੱਜ ਕੰਮ, ਕਿ ਉਸਨੇ ਕੰਮ ਤੋਂ ਕੰਮ ਆਪਣੇ ਇੱਕ ਮੁੰਡੇ ਨੂੰ ਤਾਂ ਚੰਗੇ ਸਕੂਲ ਵਿੱਚ ਦਾਖਲ ਕਰਾਉਣ ਦੀ ਮੈਂ ਸਿਆਣਪ ਕੀਤੀ ਹੈ, ਕਿ ਮੈਂ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਰਿਹਾ ਹੈ ਕਿ ਮੈਂ ਇੱਕ ਤਾਂ ਕੰਮ ਅੱਛਾ ਕੀਤਾ ਹੈ ਕਿ ਮੈਂ ਆਪਣੇ ਇੱਕ ਮੁੰਡੇ ਨੂੰ ਤਾਂ ਸਕੂਲ ਜੋ ਅੱਛਾ ਸਕੂਲ ਹੈ ਉਸ ਵਿੱਚ ਦਾਖਲ ਕਰਾ ਸਕਿਆ। ਜਿਹੜੀ ਕਿ ਸ਼ਾਨ ਮੇਰੇ 4 ਮੁੰਡਿਆਂ ਕੁੜੀਆਂ ਨੇ ਵੀ ਰਲ ਕੇ ਨਹੀਂ ਸੀ ਵਧਾਈ, ਉਹ ਇਕੱਲੇ ਨੇ ਵਧਾ ਵਿਖਾਈ ਗਈ। ਉਹ ਇਕੱਲੇ ਜੋਤੀ ਨੇ ਵਧਾ ਵਿਖਾਈ। ਘਰ ਵੜਦਿਆਂ ਸਾਰ ਉਸਨੇ ਦੇਵਕੀ ਨੂੰ ਬੁਲਾਇਆ ਅਤੇ ਬੜੇ ਮਾਣ ਅਤੇ ਉਤਸ਼ਾਹ ਨਾਲ ਜੁਗਲ ਪ੍ਰਸਾਦ ਨੇ ਉਸਨੂੰ ਦੱਸਿਆ। ਉਸਨੇ ਘਰ ਆਉਂਦੇ ਹੀ ਦੇਵਕੀ ਨੂੰ ਬੁਲਾਇਆ ਅਤੇ ਬੜੇ ਮਾਣ ਅਤੇ ਉਤਸ਼ਾਹ ਨਾਲ ਦੱਸਿਆ ਕਿ ਜੋਤੀ ਦੀ ਮਾਂ, ਮੈਂ ਨਿੱਕਰ ਦਾ ਕੱਪੜਾ ਖਰੀਦ ਕੇ ਦਰਜੀ ਨੂੰ ਦੇ ਆਇਆ ਅਤੇ ਸ਼ਨੀਚਰਵਾਰ ਦੀ ਪੱਕੀ ਵੀ ਕਰ ਆਇਆ ਹਾਂ, ਕਿ ਮੈਂ ਸ਼ਨੀਵਾਰ ਦੀ ਪੱਕੀ ਕਰ ਆਇਆ ਹਾਂ। ਤੂੰ ਇਹ ਬੂਟ ਜੁਰਾਬਾਂ ਤੇ ਹਾਰ ਥੈਲੇ 'ਚ ਸੰਭਾਲ ਛੱਡ, ਵੀ ਸੰਭਾਲ ਕੇ ਰੱਖ ਦੇ, ਅਤੇ ਨਾਲ ਹੀ ਕਮੀਜ਼ ਕੱਲ੍ਹ ਜ਼ਰੂਰ ਬਣਾ ਛੱਡੀ, ਅਤੇ ਨਾਲ ਹੀ ਕੱਲ੍ਹ ਕਮੀਜ਼ ਵੀ ਬਣਾ ਦੇਈ। ਫਿਰ ਕੁਝ ਚੇਤੇ ਕਰਕੇ ਉਹ ਖੁਸ਼ੀ ਨਾਲ ਬੋਲਿਆ, ਜੋਤੀ ਦੀ ਮਾਂ, ਅੱਜ ਰੱਬ ਨੇ ਇੱਕ ਹੋਰ ਬੜਾ ਸਬੱਬ ਕਰ ਦਿੱਤਾ। ਅੱਜ ਰੱਬ ਨੇ ਇੱਕ ਹੋਰ ਬਹੁਤ ਵਧੀਆ ਗੱਲ ਕੀਤੀ ਕਿ ਮੈਂ ਜਦੋਂ ਇੱਥੋਂ ਛਪਦੀ ਅਖਬਾਰ ਦੇ ਦਫ਼ਤਰ ਕੋਲੋਂ ਲੰਘਿਆ, ਜਦੋਂ ਇੱਥੋਂ ਜੋ ਅਖਬਾਰ ਛਪਦੀ ਹੈ ਉਸਦੇ ਦਫ਼ਤਰ ਅੱਗੋਂ ਲੰਘਿਆ, ਉਸਦੇ ਦਫ਼ਤਰ ਕੋਲੋਂ ਲੰਘਿਆ ਤਾਂ ਖਿਆਲ ਆਇਆ ਕਿ ਪਤਾ ਕਰੀਏ ਕਿ ਉਸ ਦਿਨ ਸਮਾਗਮ ਸਮੇਂ ਜੋਤੀ ਦੇ ਹਾਰ ਪਾਉਣ ਦੀ ਫੋਟੋ ਦਾ ਪ੍ਰਬੰਧ ਵੀ ਹੋ ਸਕੇ, ਕਿ ਮੈਂ ਇਹ ਪ੍ਰਬੰਧ ਕਰਾਇਆ ਕਿ ਜਦੋਂ ਜੋਤੀ ਹਾਰ ਪਾਏਗਾ ਤਾਂ ਉਸਦੀ ਫੋਟੋ ਵੀ ਖਿੱਚੀ ਜਾ ਸਕੇ। ਜੋ ਹੀ ਮੈਂ ਅੰਦਰ ਵੜਿਆ ਕਿ ਫੋਟੋਗ੍ਰਾਫਰ ਕੈਮਰਾ ਲਟਕਾਈ ਬਾਹਰ ਆ ਰਿਹਾ ਸੀ, ਜੋ ਫੋਟੋਗ੍ਰਾਫਰ ਸੀ ਉਹ ਬਾਹਰ ਆ ਰਿਹਾ ਸੀ। ਮੈਂ ਉਸ ਨਾਲ ਗੱਲ ਕੀਤੀ ਅਤੇ ਪਤਾ ਲੱਗਾ ਕਿ ਐਤਵਾਰ ਵਾਲੇ ਦਿਨ ਸਮਾਗਮ 'ਤੇ ਉਹੀ ਜਾ ਰਿਹਾ ਸੀ, ਕਿ ਉਸ ਦਿਨ ਐਤਵਾਰ ਨੂੰ ਫੋਟੋ ਖਿੱਚਣ ਲਈ ਸਮਾਗਮ 'ਤੇ ਉਹੀ ਜਾ ਰਿਹਾ ਹੈ। ਮੈਂ ਉਸਦੇ ਨਾਲ ਵੀ ਗੱਲ ਕਰ ਆਇਆ ਹਾਂ ਕਿ ਜਦੋਂ ਰਿਪਬਲਿਕ ਸਕੂਲ ਦੇ KG ਜਮਾਤ ਦਾ ਪ੍ਰਤੀਨਿਧ ਮੇਰਾ ਇਹ ਮੁੰਡਾ ਮੰਤਰੀ ਜੀ ਨੂੰ ਹਾਰ ਪਾਏ ਤਾਂ ਉਹ ਫੋਟੋ ਜ਼ਰੂਰ ਖਿੱਚੇ, ਕਿ ਜਦੋਂ ਰਿਪਬਲਿਕ ਸਕੂਲ ਦੇ ਬੱਚਾ ਜੋ ਹੈ KG ਜਮਾਤ ਦਾ ਬੱਚਾ ਹੈ ਜੋਤੀ, ਜਦੋਂ ਮੰਤਰੀ ਜੀ ਨੂੰ ਹਾਰ ਪਾਏ ਤਾਂ ਉਹ ਫੋਟੋ ਜ਼ਰੂਰ ਖਿੱਚੇ। ਦੇਵਕੀ ਦੇ ਮੂੰਹ 'ਤੇ ਕੁਝ ਚਿੰਤਾ ਅਤੇ ਨਿਸ਼ਾਨ ਵੇਖ ਕੇ ਆਪਣੀ ਖੁਸ਼ੀ ਵਿੱਚ ਬਿਨਾਂ ਕੋਈ ਫਰਕ ਪੈਣ ਦਿੱਤਿਆਂ ਫਿਰ ਉਹ ਝੱਟ ਬੋਲਿਆ। ਉਸਨੇ ਦੇਵਕੀ ਦੇ ਮੂੰਹ 'ਤੇ ਚਿੰਤਾ ਦੇ ਨਿਸ਼ਾਨ ਵੇਖ ਲਏ, ਪਰ ਉਹ ਆਪਣੀ ਖੁਸ਼ੀ ਵਿੱਚ ਕੋਈ ਵੀ ਰੁਕਾਵਟ ਪਾਇਆ ਝੱਟ ਬੋਲਿਆ, ਬਾਕੀ ਰਹੀ ਪੈਸਿਆਂ ਦੀ ਗੱਲ, ਫੋਟੋ ਬਣਨ ਤੱਕ ਪਹਿਲੀ ਤਰੀਕ ਹੋ ਜਾਣੀ ਹੈ, ਕਿ ਜਦੋਂ ਤੱਕ ਫੋਟੋ ਬਣੇਗੀ ਉਦੋਂ ਤੱਕ 1 ਤਰੀਕ ਹੋ ਜਾਏਗੀ। ਭਲੀਏ ਲੋਕੇ, ਰੱਬ ਆਪ ਭਲਾ ਕਰਦਾ ਹੈ ਗਰੀਬਾਂ ਦਾ ਕੰਮ, ਕਿ ਰੱਬ ਆਪੇ ਕਰਦਾ ਹੈ ਗਰੀਬਾਂ ਦਾ ਕੰਮ। ਹਾ ਹਾ ਹਾ, ਉਹ ਹੱਸਣ ਲੱਗਦਾ ਹੈ। ਜੁਗਲ ਪ੍ਰਸਾਦ ਸਾਰੀ ਦੀ ਸਾਰੀ ਗੱਲ ਇੱਕੋ ਵਾਰੀ ਕਹਿ ਗਿਆ, ਅਤੇ ਫਿਰ ਕਦੀ ਕਦੀ ਪ੍ਰਾਪਤ ਹੋਈ ਖੁਸ਼ੀ ਦੇ ਅਜਿਹੇ ਅਵਸਰ ਤੋਂ ਪੂਰਾ ਲਾਭ ਉਠਾਉਂਦਿਆਂ ਉਹ ਹੱਸ ਕੇ ਦੂਰਾ ਹੋਣ ਲੱਗਿਆ, ਕਿਉਂਕਿ ਕਦੀ ਕਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਜੋ ਗਰੀਬ ਲੋਕ ਹੁੰਦੇ ਹਨ ਉਹਨਾਂ ਨੂੰ, ਤਾਂ ਉਹ ਇਸ ਦਾ ਪੂਰਾ ਲਾਭ ਜਾਂ ਫਾਇਦਾ ਉਠਾਉਣਾ ਚਾਹੁੰਦਾ ਸੀ, ਇਸ ਲਈ ਉਹ ਉੱਚੀ ਉੱਚੀ ਹੱਸਣ ਲੱਗ ਪਿਆ। ਦੇਵਕੀ ਇਸ ਫੋਟੋ ਦੀ ਫਜ਼ੂਲ ਖਰਚੀ ਬਾਬਤ ਕੁਝ ਕਹਿਣਾ ਤਾਂ ਚਾਹੁੰਦੀ ਸੀ, ਜੋ ਦੇਵਕੀ ਸੀ ਉਹ ਫੋਟੋ ਨੂੰ ਫਜ਼ੂਲ ਖਰਚੀ ਸਮਝ ਕੇ ਕੁਝ ਕਹਿਣਾ ਤਾਂ ਚਾਹੁੰਦੀ ਸੀ, ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰ ਵਜੋਂ ਕੁਝ ਨਾ ਬੋਲੀ ਅਤੇ ਉੱਠ ਕੇ ਬਾਹਰ ਚਲੀ ਗਈ। ਫਿਰ ਉਹ ਕੁਝ ਨਾ ਬੋਲੀ ਕਿਉਂਕਿ ਉਸਨੂੰ ਲੱਗ ਰਿਹਾ ਸੀ ਕਿ ਜੋ ਜੁਗਲ ਪ੍ਰਸਾਦ ਹੈ ਉਹ ਬਹੁਤ ਖੁਸ਼ ਹੈ, ਇਸ ਲਈ ਉਹ ਕੁਝ ਨਾ ਬੋਲੀ। ਸਵੇਰੇ ਮੁੰਡੇ ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸਾਦ ਨੂੰ ਦਫ਼ਤਰ ਤੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ। ਪਹਿਲਾਂ ਤਾਂ ਉਸਨੂੰ ਚੰਗੀ ਤਰ੍ਹਾਂ ਜਾਂਚਿਆ ਪੜਤਾਲਿਆ, ਫਿਰ ਜਾਂਚ ਕੀਤੀ ਅਤੇ ਸਾਰਾ ਦਿਨ ਮਗਜ਼ ਪੱਚੀ ਕਰਕੇ ਗੁਆਂਢਣ ਦੀ ਮਸ਼ੀਨ 'ਤੇ ਸ਼ਾਮ ਤੱਕ ਮੁਸ਼ਕਿਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਸਕੀ। ਉਸਨੇ ਇੱਕ ਪੁਰਾਣੀ ਚਾਦਰ ਲਈ ਅਤੇ ਉਸ ਵਿੱਚੋਂ ਆਪਣੇ ਦਿਮਾਗ ਨਾਲ, ਸਮਝ ਨਾਲ ਆਪਣਾ ਦਿਮਾਗ ਖਰਚ ਕਰਕੇ ਉਸਦੀ ਗੁਆਂਢਣ ਦੀ ਮਸ਼ੀਨ 'ਤੇ ਜੋਤੀ ਲਈ ਕਮੀਜ਼ ਤਿਆਰ ਕਰ ਲਿੱਤੀ। ਉਧਰ ਜੁਗਲ ਪ੍ਰਸਾਦ ਨੇ 2 ਘੰਟਿਆਂ ਦੀ ਛੁੱਟੀ ਲਈ ਅਤੇ ਨਾਗਰਿਕ ਸਭਾ ਦੇ ਦਫ਼ਤਰ ਜਾ ਕੇ ਯਤਨ ਕੀਤਾ ਕਿ ਕਿਸੇ ਤਰ੍ਹਾਂ ਉਸਨੂੰ ਵੀ ਨਿਮੰਤਰਣ ਪੱਤਰ ਮਿਲ ਸਕੇ। ਉਧਰ ਜੁਗਲ ਕਿਸ਼ੋਰ ਨੇ ਵੀ 2 ਘੰਟੇ ਪਹਿਲਾਂ ਹੀ ਛੁੱਟੀ ਲੈ ਲਈ ਅਤੇ ਉੱਥੇ ਨਾਗਰਿਕ ਸਭਾ ਦੇ ਦਫ਼ਤਰ ਜਾ ਕੇ ਉਸਨੇ ਯਤਨ ਕੀਤਾ ਕਿ ਉਸਨੂੰ ਵੀ ਸਮਾਗਮ ਵਿੱਚ ਜਾਣ ਦਾ ਨਿਮੰਤਰਣ ਪੱਤਰ ਮਿਲ ਸਕੇ, ਤਾਂ ਜੋ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਪੁੱਤਰ ਨੂੰ ਮਾਣ ਪ੍ਰਾਪਤ ਕਰਦਿਆਂ ਵੇਖ ਸਕੇ। ਪਰ ਉਸਨੂੰ ਪਤਾ ਲੱਗਾ ਕਿ ਉਸ ਸਮਾਗਮ ਵਿੱਚ ਤਾਂ ਵੱਡੇ ਰਾਜਨੀਤਿਕ ਆਗੂ, ਅਮੀਰ, ਲੱਖਪਤੀਏ, ਵੱਡੇ ਅਫਸਰ, ਉਸਨੂੰ ਪਤਾ ਲੱਗਾ ਕਿ ਉੱਥੇ ਰਾਜਨੀਤਿਕ ਆਗੂ ਅਤੇ ਅਮੀਰ ਅਤੇ ਲੱਖਪਤੀ ਅਤੇ ਵੱਡੇ ਕੁਝ ਅਫਸਰ ਹੀ ਸੱਦੇ ਗਏ ਹਨ ਅਤੇ ਬੱਚੇ ਹੀ ਜਾ ਸਕਦੇ ਹਨ ਜੋ ਬੁਲਾਏ ਗਏ ਹਨ।
ਉਸਨੇ ਸੋਚਿਆ ਕਿ ਮੈਂ ਉਹਨਾਂ ਵਿੱਚੋਂ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। ਵਿਚਾਰਾ ਦਿਲ ਦੀਆਂ ਉਮੰਗਾਂ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ। ਉਹ ਵਿਚਾਰਾ ਆਪਣੇ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ। ਗਰੀਬ ਇਨਸਾਨ ਜੋ ਹੁੰਦਾ ਹੈ ਉਸ ਨਾਲ ਐਵੇਂ ਹੀ ਹੁੰਦਾ ਹੈ। ਉਹ ਆਪਣੀਆਂ ਜੋ ਉਮੀਦਾਂ ਹੁੰਦੀਆਂ ਹਨ, ਆਪਣੀਆਂ ਉਮੰਗਾਂ ਹੁੰਦੀਆਂ ਹਨ, ਆਪਣੇ ਜੋ ਚਾਅ ਹੁੰਦੇ ਹਨ, ਉਹ ਕਈ ਵਾਰ ਦਿਲ ਵਿੱਚ ਹੀ ਦਬੋਚ ਲੈਂਦਾ ਹੈ। ਐਤਵਾਰ ਦਾ ਦਿਨ ਆਇਆ। ਅੱਜ ਸਾਰੇ ਟੱਬਰ ਨੂੰ ਜੋਤੀ ਉੱਤੇ ਮਾਣ ਸੀ। ਸਾਰਾ ਪਰਿਵਾਰ ਜੋ ਸੀ ਉਹ ਜੋਤੀ ਉੱਤੇ ਮਾਣ ਕਰ ਰਿਹਾ ਸੀ, ਗਰਵ ਕਰ ਰਿਹਾ ਸੀ, ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁਟ ਪਏ। ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁਟੇ ਹੋਏ ਸਨ। ਕੋਈ ਉਸ ਨੂੰ ਸਾਬਣ ਮਲ ਕੇ ਨੁਹਾ ਰਿਹਾ ਸੀ, ਕੋਈ ਉਸ ਦੀ ਨਿੱਕਰ ਕਮੀਜ਼ ਨੂੰ ਇਸਤਰੀ ਕਰ ਰਿਹਾ ਸੀ, ਪ੍ਰੈਸ ਕਰ ਰਿਹਾ ਸੀ, ਅਤੇ ਕੋਈ ਉਸ ਦੀ ਕੰਘੀ ਪੱਟੀ ਦੇ ਹਰ ਵਿੱਚ ਜੁਟਿਆ ਹੋਇਆ ਸੀ, ਕੋਈ ਉਸ ਦੇ ਬਾਲ ਵਾਹ ਰਿਹਾ ਸੀ। ਤਕਾਲਾਂ ਨੂੰ ਸਾਰਾ ਟੱਬਰ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ। ਤਕਾਲਾਂ ਨੂੰ ਸ਼ਾਮ ਨੂੰ ਸਾਰਾ ਟੱਬਰ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਿਸ ਵੇਲੇ ਜੋਤੀ ਸਮਾਗਮ ਤੋਂ ਵਾਪਸ ਆਏ, ਤਾਂ ਜੋ ਉਹ ਆਪਣੀ ਜ਼ੁਬਾਨੀ ਸਾਰੀ ਰੌਣਕ ਦੇ ਤੇ ਮਿਲੇ ਮਾਣ ਨੂੰ ਵਿਸਥਾਰ ਨਾਲ ਬਿਆਨ ਕਰੇ। ਕਿ ਜੋਤੀ ਆ ਕੇ ਸਾਰਾ ਜੋ ਸਮਾਗਮ ਵਿੱਚ ਹੋਇਆ ਉਸ ਦਾ ਮਾਣ ਸਨਮਾਨ, ਉਸ ਦੇ ਬਾਰੇ ਆ ਕੇ ਸਾਨੂੰ ਵਿਸਥਾਰ ਨਾਲ ਦੱਸੇ। ਜੁਗਲ ਪ੍ਰਸਾਦ 2 ਵਾਰੀ ਸੜਕ 'ਤੇ ਆਪ ਜਾ ਚੁੱਕਾ ਸੀ। ਜੁਗਲ ਪ੍ਰਸਾਦ ਜਾ ਕੇ ਆਪ ਸੜਕ 'ਤੇ ਜਾ ਕੇ ਦੇਖ ਆ ਚੁੱਕਾ ਸੀ, ਅਤੇ ਬੱਚਿਆਂ ਨੂੰ ਵੇਖਣ ਲਈ ਤਾਂ ਪਤਾ ਹੀ ਨਹੀਂ ਉਸਨੇ ਕਿੰਨੀ ਵਾਰ ਭੇਜਿਆ ਸੀ। ਉਸਦਾ ਕੋਈ ਅੰਤ ਨਹੀਂ ਸੀ, ਪਰ ਹਾਲਾਂ ਤੀਕ ਉਹ ਨਹੀਂ ਸੀ ਪਰਤਿਆ। ਹਾਲੇ ਤੱਕ ਜੋ ਜੋਤੀ ਸੀ ਉਹ ਨਹੀਂ ਸੀ ਆਇਆ। ਆਖਿਰ ਉਸਨੇ ਦੂਰੋਂ ਵੇਖਿਆ ਕਿ ਉਸਦੀ ਪ੍ਰਿੰਸੀਪਲ ਜੋਤੀ ਨੂੰ ਆਪ ਨਾਲ ਲਿਆ ਰਹੀ ਸੀ। ਜੋ ਜੋਤੀ ਦੀ ਪ੍ਰਿੰਸੀਪਲ ਸੀ ਉਹ ਜੋਤੀ ਨੂੰ ਆਪ ਲੈ ਕੇ ਆ ਰਹੀ ਸੀ। ਇਹ ਨਜ਼ਾਰਾ ਤੱਕ ਕੇ ਜੁਗਲ ਪ੍ਰਸਾਦ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ ਰਿਹਾ। ਜੁਗਲ ਪ੍ਰਸਾਦ ਬਹੁਤ ਖੁਸ਼ ਹੋਇਆ ਕਿ ਦੇਖ ਵੀ ਮੇਰੇ ਬੱਚੇ ਨੂੰ ਲੈ ਕੇ ਪ੍ਰਿੰਸੀਪਲ ਖੁਦ ਆ ਰਹੀ ਹੈ। ਤੇ ਉਹ ਦੇਵਕੀ ਦਾ ਧਿਆਨ ਉਸ ਪਾਸੇ ਵੱਲ ਖਿੱਚਦਿਆਂ ਉਹ ਗਦਗਦ ਹੋ ਕੇ ਬੋਲਿਆ, ਆਖਰ ਸਾਰੇ ਸਕੂਲ ਦਾ ਲਾਇਕ ਬੱਚਾ ਜੋ ਹੋਇਆ ਵੀ ਪ੍ਰਿੰਸੀਪਲ ਇਸ ਲਈ ਨਾਲ ਆਉਣਾ ਆਪਣਾ ਫਖਰ ਸਮਝਦੀ ਹੈ। ਜੋ ਪ੍ਰਿੰਸੀਪਲ ਹੈ ਉਹ ਬੜਾ ਮਾਣ ਮਹਿਸੂਸ ਕਰਦੀ ਹੈ ਜੋਤੀ ਨਾਲ ਆਉਣਾ। ਇਹ ਵੇਖ ਕੇ ਉਹ ਘੜੀ ਮੁੜੀ ਜੋਤੀ ਵੱਲ ਉੱਠ ਕੇ ਉਸਨੂੰ ਘੁੱਟਦੀ ਹੈ ਤੇ ਗੱਲਾਂ ਕਰਦੀ ਹੈ। ਜੋ ਦੇਵਕੀ ਹੈ ਉਸਨੂੰ ਜੋਤੀ ਨੂੰ ਘੁੱਟਦੀ ਹੈ ਤੇ ਗੱਲਾਂ ਕਰਦੀ ਹੈ ਉਸ ਨਾਲ। ਦੇਵਕੀ ਹੋਰ ਬੱਚਿਆਂ ਨੂੰ ਵੀ ਇਸ ਖੁਸ਼ੀ ਦੇ ਨਜ਼ਾਰੇ ਨੂੰ ਮਾਣਨ ਦਾ ਮੌਕਾ ਦੇਣ ਦੇ ਖਿਆਲ ਨਾਲ ਉਹਨਾਂ ਨੂੰ ਸੱਦਣ ਲਈ ਅੰਦਰ ਚਲੀ ਜਾਂਦੀ ਹੈ। ਦੇਵਕੀ ਬੱਚਿਆਂ ਨੂੰ ਦੂਜਿਆਂ ਨੂੰ ਵੀ ਲੈਣ ਲਈ ਅੰਦਰ ਚਲੀ ਜਾਂਦੀ ਹੈ ਤਾਂ ਕਿ ਇਹ ਨਜ਼ਾਰਾ ਦਿਖਾ ਸਕੇ। ਪਰ ਨੇੜੇ ਆਉਣ ਤੇ ਜੁਗਲ ਪ੍ਰਸਾਦ ਨੇ ਵੇਖਿਆ ਜੋਤੀ ਡਸਕੋਰੇ ਭਰ ਰਿਹਾ ਸੀ। ਜੋਤੀ ਜੋ ਸੀ ਉਹ ਰੋ ਰਿਹਾ ਸੀ। ਇਹ ਵੇਖ ਕੇ ਜੁਗਲ ਪ੍ਰਸਾਦ ਹੱਕਾ ਬੱਕਾ ਰਹਿ ਗਿਆ। ਜੁਗਲ ਪ੍ਰਸਾਦ ਜੋ ਸੀ ਉਹ ਹੱਕਾ ਬੱਕਾ ਰਹਿ ਗਿਆ। ਉਸ ਇਸ ਗੱਲ ਦੀ ਸਮਝ ਨਹੀਂ ਸੀ ਆਉਂਦਿਆਂ ਸਾਰੀ ਉਸ ਪ੍ਰਿੰਸੀਪਲ ਨੇ ਆਖਣਾ ਸ਼ੁਰੂ ਕਰ ਦਿੱਤਾ। ਉਸਨੂੰ ਅਜੇ ਸਮਝ ਨਹੀਂ ਸੀ ਆ ਰਹੀ ਕਿ ਜੋਤੀ ਕਿਉਂ ਰੋ ਰਿਹਾ ਹੈ, ਪਰ ਆਉਂਦਿਆਂ ਹੀ ਪ੍ਰਿੰਸੀਪਲ ਨੇ ਆਖਣਾ ਸ਼ੁਰੂ ਕਰ ਦਿੱਤਾ, ਮਿਸਟਰ ਜੁਗਲ ਪ੍ਰਸਾਦ, ਮੈਨੂੰ ਬਹੁਤ ਅਫਸੋਸ ਹੈ ਕਿ ਆਪ ਦੇ ਸਪੁੱਤਰ ਜੋਤੀ ਨੂੰ ਹਾਰ ਪਹਿਨਾਉਣ ਦਾ ਮਾਣ ਨਹੀਂ ਮਿਲ ਸਕਿਆ। ਉਸਨੇ ਦੱਸਿਆ ਪ੍ਰਿੰਸੀਪਲ ਨੇ ਕਿ ਜੋਤੀ ਨੂੰ ਜੋ ਮਾਣ ਨਹੀਂ ਮਿਲ ਸਕਿਆ ਮੰਤਰੀ ਸਾਹਿਬ ਨੂੰ ਹਾਰ ਪਹਿਨਾਉਣ ਦਾ, ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ। ਉਸਨੇ ਕਿਹਾ ਕਿ ਜੋ ਸੇਠ ਲਖਪਤ ਰਾਏ ਹੈ ਉਸਨੇ ਆਪਣੇ ਪੁੱਤਰ ਦਾ ਨਾਂ ਜੋਤੀ ਦੀ ਥਾਂ ਬਦਲਵਾ ਲਿਆ। ਤੇ ਮੈਂ ਉਸਦੀ ਇੱਕ ਨਾ ਸੁਣੀ ਕਿ ਮੈਂ ਲਖਪਤ ਰਾਏ ਦੀ ਇੱਕ ਨਾ ਸੁਣੀ, ਪਰ ਉਸਨੇ ਸਾਡੇ ਚੇਅਰਮੈਨ ਨੂੰ ਆ ਕੇ ਇਹ ਕੰਮ ਕਰਵਾ ਲਿਆ। ਤੁਸੀਂ ਜਾਣਦੇ ਹੀ ਹੋ ਕਿ ਮੈਂ ਇੱਕ ਮੁਲਾਜ਼ਮ ਹਾਂ। ਉਸਨੇ ਕਿਹਾ ਕਿ ਉਸਨੇ ਚੇਅਰਮੈਨ ਨੂੰ ਆ ਕੇ ਲਖਪਤ ਰਾਏ ਨੇ ਇਹ ਕੰਮ ਕਰਵਾ ਲਿਆ। ਤੇ ਤੁਸੀਂ ਜਾਣਦੇ ਹੋ ਕਿ ਮੈਂ ਇੱਕ ਮੁਲਾਜ਼ਮ ਹਾਂ, ਮੈਂ ਇੱਕ ਮੁਲਾਜ਼ਮ ਅਫਸਰ ਹਾਂ, ਮੈਂ ਕੁਝ ਨਹੀਂ ਕਰ ਸਕਦੀ। ਇਹ ਸਾਰਾ ਕੁਝ ਜੋਤੀ ਦੀ ਪ੍ਰਿੰਸੀਪਲ ਇੱਕੋ ਸਾਹ ਵਿੱਚ ਕਹਿ ਕੇ ਚੱਲਦੀ ਬਣੀ। ਜੋ ਜੋਤੀ ਦੀ ਪ੍ਰਿੰਸੀਪਲ ਸੀ ਇਹ ਸਭ ਕੁਝ ਕਹਿ ਕੇ ਉਹ ਚੱਲਦੀ ਬਣੀ, ਜਿਵੇਂ ਕੋਈ ਮੁਸਾਫਰ ਆਉਣ ਵਾਲੇ ਤੂਫਾਨ ਦੀ ਮਾਰ ਤੋਂ ਬਚਣ ਲਈ ਖਿਸਕਣ ਦੀ ਕਰਦਾ ਹੈ। ਉਹ ਇਸ ਔਕੜ ਭਰੀ ਗੱਲ ਨੂੰ ਕਹਿ ਤਾਂ ਗਈ, ਪਰ ਉਹ ਉਹਨਾਂ ਦਾ ਸਾਹਮਣਾ ਨਹੀਂ ਸੀ ਕਰ ਸਕਦੀ, ਇਸ ਲਈ ਉਹ ਚਲੀ ਗਈ। ਜੁਗਲ ਪ੍ਰਸਾਦ ਲਈ ਜਿਵੇਂ ਕੜ ਪਟ ਗਿਆ ਹੋਵੇ। ਕੜ ਪਟ ਗਿਆ ਉਸਦਾ। ਜੋ ਜੁਗਲ ਪ੍ਰਸਾਦ ਤੇ ਮੁਸੀਬਤ ਆ ਪਈ। ਉਸਨੂੰ ਇਉਂ ਲੱਗਿਆ ਕਿ ਉਸਦਾ ਜੋ ਸਾਰਾ ਉਸਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ। ਉਸਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ। ਉਹ ਉੱਥੇ ਦਾ ਉੱਥੇ ਖਲੋਤਾ ਰਹਿ ਗਿਆ। ਉਹ ਜਿੱਥੇ ਖੜਾ ਸੀ ਉੱਥੇ ਹੀ ਖੜੋਤਾ ਰਹਿ ਗਿਆ। ਉਸਨੇ ਇੰਝ ਮਹਿਸੂਸ ਕੀਤਾ ਜਿਵੇਂ ਕਿਸੇ ਮੋਟੀ ਗੋਗੜ ਵਾਲੇ ਨੇ ਉਸਦੇ ਅੰਦਰ ਪੈਟਰੋਲ ਛਿੜਕ ਪਿੱਛੋਂ ਤਿੱਲੀ ਬਾਲ ਦਿੱਤੀ ਹੋਵੇ। ਜਿਵੇਂ ਕਿਸੇ ਮੋਟੇ ਪੇਟ ਵਾਲੇ ਨੇ ਉਸਦੇ ਉੱਪਰ ਪੈਟਰੋਲ ਛਿੜਕ ਦਿੱਤਾ ਹੋਵੇ ਅਤੇ ਉਸ 'ਤੇ
ਤਿੱਲੀ ਬਾਲ ਦਿੱਤੀ ਹੋਵੇ, ਕਿ ਉਸਦੇ ਅੱਗ ਲਗਾ ਦਿੱਤੀ ਹੋਵੇ ਅਤੇ ਉਸਦੀਆਂ ਸੱਧਰਾਂ ਅਤੇ ਉਮੰਗਾਂ ਨੂੰ ਫੂਕ ਦਿੱਤਾ ਹੋਵੇ। ਉਸਦੀਆਂ ਜੋ ਇੱਛਾਵਾਂ ਅਤੇ ਤਾਂਘਾਂ ਸੀ ਉਹਨਾਂ ਨੂੰ ਫੂਕ ਦਿੱਤਾ ਹੋਵੇ, ਜਲਾ ਦਿੱਤਾ ਹੋਵੇ। ਉਸ ਅੱਗ ਦਾ ਲਾਂਬੂ ਜੋ ਅੱਗ ਦੀ ਲਾਟ ਸੀ ਜਾਂ ਪੰਬੂਕਾ ਸੀ, ਉਸਦੇ ਰੋਮ ਵਿੱਚੋਂ ਨਿਕਲ ਕੇ ਉਸਨੂੰ ਸਾੜ ਰਿਹਾ ਹੋਵੇ। ਉਸਦੇ ਜੋ ਰੋਮ ਉਸਦੇ ਅੰਗ ਵਿੱਚੋਂ ਅੱਗ ਨਿਕਲ ਕੇ ਉਸਨੂੰ ਸਾੜ ਰਹੀ ਹੋਵੇ। ਉਸਨੂੰ ਗੁੱਸਾ ਆ ਰਿਹਾ ਸੀ। ਅਚਾਨਕ ਉਸਦੀਆਂ ਅੱਖਾਂ ਵਿੱਚ ਲਹੂ ਨਿਕਲ ਰਿਹਾ ਸੀ। ਅੱਖਾਂ ਵਿੱਚੋਂ ਲਹੂ ਨਿਕਲਣਾ, ਬਹੁਤ ਜ਼ਿਆਦਾ ਗੁੱਸਾ ਆਉਣਾ। ਉਸਦੀਆਂ ਅੱਖਾਂ ਵਿੱਚੋਂ ਲਹੂ ਨਿਕਲ ਰਿਹਾ ਸੀ। ਉਹ ਦ੍ਰਿੜਤਾ ਨਾਲ ਕੜਕਿਆ ਅਤੇ ਦ੍ਰਿੜਤਾ ਨਾਲ ਉੱਚੀ ਆਵਾਜ਼ ਵਿੱਚ ਕੜਕਿਆ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਉਸਨੇ ਕਿਹਾ ਕਿ ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਇਹ ਮੇਰਾ ਜਨਮ ਦਿਨ ਹੈ। ਮੇਰੀ ਸੁੱਤੀ ਜੁਰਤ ਅਤੇ ਦਲੇਰੀ ਦਾ ਜਨਮ ਦਿਨ ਹੈ। ਜੋ ਮੇਰੀ ਸੁੱਤੀ ਹੋਈ, ਜੋ ਮੇਰੀ ਜੁਰਤ ਸੀ, ਜੋ ਮੇਰਾ ਜ਼ਮੀਰ ਸੀ, ਉਸਦਾ ਜਨਮ ਦਿਨ ਹੈ ਅਤੇ ਮੇਰੀ ਦਲੇਰੀ ਦਾ ਜਨਮ ਦਿਨ ਹੈ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸੱਧਰਾਂ ਅਤੇ ਉਮੰਗਾਂ ਨੂੰ ਲਿਤਾੜਨ ਦੀ ਜੁਰਤ ਕਰੇਗਾ। ਕਿ ਹੁਣ ਮੈਂ ਦੇਖਾਂਗਾ ਕਿ ਕਿਵੇਂ ਕੋਈ ਜੋ ਗਰੀਬ ਆਦਮੀ ਹੈ ਉਸਦੀਆਂ ਸੱਧਰਾਂ, ਉਸਦੀਆਂ ਚਾਹਵਾਂ ਅਤੇ ਉਮੰਗਾਂ ਨੂੰ ਲਿਤਾੜਨ ਦੀ ਜ਼ਰੂਰਤ ਕਰੇਗਾ। ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜੋਤੀ ਦੇ ਡਸਕੋਰੇ ਭਰਦਿਆਂ ਅਤੇ ਜੁਗਲ ਪ੍ਰਸਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਵੇਖਿਆ। ਜਦੋਂ ਦੇਵਕੀ ਅਤੇ ਉਹ ਬਾਹਰ ਆਏ, ਉਸਦੇ ਬੱਚੇ, ਤਾਂ ਉਹਨਾਂ ਨੇ ਦੇਖਿਆ ਕਿ ਕਿਵੇਂ ਜੋ ਜੋਤੀ ਹੈ ਉਹ ਡਸਕੋਰੇ ਭਰ ਰਿਹਾ ਹੈ ਅਤੇ ਜੁਗਲ ਪ੍ਰਸਾਦ ਜੋਸ਼ ਅਤੇ ਗੁੱਸੇ ਵਿੱਚ ਭੜਕਿਆ ਹੋਇਆ ਹੈ। ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਉਹਨਾਂ ਦੀਆਂ ਜੋ ਅੱਖਾਂ ਸੀ ਉਹ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਉਹ ਹੈਰਾਨ ਰਹਿ ਗਏ ਅਤੇ ਲਲਚਾਈ ਹੋਈ ਨਜ਼ਰ ਨਾਲ ਉਸਨੂੰ ਦੇਖਣ ਲੱਗ ਪਏ। ਹਾਂ ਬੇਟਾ, ਇਸ ਕਹਾਣੀ ਵਿੱਚ ਇਹੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਗਰੀਬ ਜੋ ਮਜਬੂਰ ਆਦਮੀ ਹੈ ਉਸਦਾ ਫਾਇਦਾ ਪੈਸੇ ਵਾਲੇ ਉਠਾ ਲੈਂਦੇ ਹਨ। ਉਸਨੇ ਲਖਪਤ ਰਾਏ ਨੇ ਆਪਣੇ ਪੈਸੇ ਦੇ ਜ਼ੋਰ 'ਤੇ ਆਪਣੇ ਪੁੱਤਰ ਨੂੰ ਉੱਥੇ ਸਮਾਗਮ ਵਿੱਚ ਹਿੱਸਾ ਲੈਣ ਲਈ ਹਿੱਸਾ ਦਿਲਾ ਦਿੱਤਾ ਅਤੇ ਜੋਤੀ ਦਾ ਹੱਕ ਸੀ ਉਹ ਖੋਹ ਲਿਆ। ਇਸ ਵਿੱਚ ਇੱਕ ਮਜਬੂਰ ਅਤੇ ਗਰੀਬ ਇਨਸਾਨ ਦੀ ਮਜਬੂਰੀ ਦਿਖਾਈ ਗਈ ਹੈ।